ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਕਰਾਂਗੇ, ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲੇਖੇ ਆਵੈ ਭਾਗ। ਹੁਕਮ ਵਿੱਚ ਦੋਨੋਂ ਕਾਰ ਚੱਲਦੇ ਹਨ। ਸੰਜੋਗ ਆਤਮਾ ਮਾਇਆ ਨਾਲ ਕਿਵੇਂ ਜੁੜਦੀ ਹੈ, ਆਤਮਾ ਤੇ ਸਰੀਰ ਦਾ ਜੋੜ ਕਿੱਥੇ ਹੈ, ਕਿਵੇਂ ਹੈ। ਸਾਇੰਸ ਤੋਂ ਜੋ ਸਾਡੀ ਖੋਜ ਹੈ, ਸਾਇੰਸ ਦੀ, ਮਾਇਆ ਦੀ, ਉਸ ਦੇ ਵੱਸ ਤੋਂ ਇਹ ਬਾਹਰ ਦੀ ਗੱਲ ਹੈ। ਅੱਜ ਤੱਕ ਕੋਈ ਨਹੀਂ ਦੱਸ ਸਕਿਆ ਕਿ ਆਤਮਾ ਦਾ ਸਰੀਰ ਦੇ ਨਾਲ ਕਿੱਥੇ ਜੋੜ ਹੈ, ਕਿੱਥੇ ਸੰਜੋਗ ਹੈ, ਕਿੱਥੋਂ ਵਿਜੋਗ ਹੁੰਦਾ ਹੈ। ਨਾ ਹੀ ਕੋਈ ਵਿਗਿਆਨ ਨੇ ਐਸੀ ਮਸ਼ੀਨ ਬਣਾਈ ਹੈ, ਨਾ ਕੋਈ ਦਵਾਈ ਬਣਾਈ ਹੈ ਜਿਸ ਨਾਲ ਇਹ ਜੋੜ ਲੱਭਿਆ ਜਾ ਸਕੇ, ਆਤਮਾ ਨੂੰ ਕਿਸੇ ਮਸ਼ੀਨ ਨਾਲ ਵੇਖਿਆ ਜਾ ਸਕੇ। ਵਿਜੋਗ ਹੁੰਦਾ ਹੈ, ਆਤਮਾ ਸਰੀਰ ਦੇ ਨਾਲੋਂ ਤੋੜਦਾ ਹੈ। ਹੁਕਮ ਪਰਮੇਸ਼ਰ ਕਿਵੇਂ ਤੋੜਦਾ ਹੈ, ਕੋਈ ਪਤਾ ਨਹੀਂ ਲੱਗਦਾ। ਸੋ ਜਨਮ ਮਰਨ ਦੋਵੇਂ ਹੀ ਹੁਕਮ ਹੈ, ਇਹੀ ਅਸਲ ਵਿੱਚ ਕਾਰ ਹੈ ਤੇ ਚੱਲ ਰਹੀ ਹੈ। ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਸਾਰਾ ਕੁਝ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਇਹ ਪਰਮੇਸ਼ਰ ਦਾ ਹੁਕਮ ਹੈ ਕਿ ਜਦੋਂ ਆਤਮਾ ਸਵੈਮ ਆਪਣੇ ਆਪ ਨੂੰ ਵੱਖ ਕਰਦੀ ਹੈ, ਸਹਿ ਭੰਗ ਹੁੰਦੀ ਹੈ, ਤਾਂ ਪਰਮੇਸ਼ਰ ਇਸ ਦੀ ਉਸ ਗਲਤੀ ਨੂੰ ਸੁਧਾਰਨ ਵਾਸਤੇ, ਉਸ ਵਿਰੋਧਤਾ ਨੂੰ ਦੂਰ ਕਰਨ ਵਾਸਤੇ ਫਿਰ ਇਹਨੂੰ ਸਰੀਰ ਦਿੰਦਾ ਹੈ। ਸਰੀਰ ਮਿਲਣਾ ਹੀ ਇੱਕ ਬੜੀ ਵੱਡੀ ਸਜ਼ਾ ਹੈ। ਇੰਜ ਸਮਝ ਲਵੋ ਵੀ ਜਿਵੇਂ ਇੱਕ ਮੱਛੀ ਨੂੰ ਇੱਕ ਬਾਲਟੀ ਦੇ 5-4 ਲੀਟਰ ਪਾਣੀ ਦੇ ਵਿੱਚ ਛੱਡ ਦਿੱਤਾ ਜਾਵੇ, ਉਹੀ ਮੱਛੀ ਜਿਹੜੀ ਸਮੁੰਦਰ ਵਿੱਚ ਰਹਿੰਦੀ ਹੈ। ਹੁਣ ਸਮੁੰਦਰ 'ਚ ਵਿਸ਼ਾਲਤਾ ਕਿੰਨੀ ਹੈ, ਜਿੱਧਰ ਨੂੰ ਮਰਜ਼ੀ ਜਾਵੇ, ਪਰ ਉਹਨੂੰ ਫੜ ਕੇ ਜਦੋਂ ਪਾਣੀ ਦੀ ਬਾਲਟੀ ਦੇ ਵਿੱਚ 5-7 ਲੀਟਰ 'ਚ ਪਾ ਦਿੱਤਾ ਜਾਂਦਾ ਹੈ, ਤਾਂ ਉਸ ਪਾਣੀ ਦਾ ਕਿੰਨਾ ਕੁ ਦਾਇਰਾ ਹੁੰਦਾ ਹੈ। ਉਹ ਕਿੰਨੀ ਤਕਲੀਫ ਵਿੱਚ ਰਹਿੰਦੀ ਹੈ, ਮੱਛੀ ਤੜਫਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਆਤਮਾ ਹੈ, ਇਹਨੂੰ ਸਰੀਰ ਦਿੱਤਾ ਜਾਂਦਾ, ਜਿਹੜੀ ਨਿਰਾਕਾਰ ਆ ਉਹਨੂੰ ਇੱਕ ਆਕਾਰ ਦੇ ਵਿੱਚ ਬਾਉਂਡ ਕਰ ਦਿੱਤਾ ਜਾਂਦਾ ਹੈ ਕਿ ਜਿੰਨਾ ਚਿਰ ਇਹ ਆਪਣੇ ਆਪ ਨੂੰ ਨਿਰਾਕਾਰ ਨਹੀਂ ਬਣਾਉਂਦੀ, ਉਨਾ ਚਿਰ ਉਸ ਆਕਾਰ ਚੋਂ ਬਾਹਰ ਨਹੀਂ ਜਾ ਸਕਦੀ। ਹੁਣ ਅਸੀਂ ਉਸ ਹੁਕਮ ਦੇ ਨਾਲ ਸੰਜੋਗ ਪੈਦਾ ਕਰਨਾ। ਸਾਡਾ ਵਿਜੋਗ ਹੋਇਆ, ਵਿਛੋੜਾ ਹੋਇਆ, ਇਹ ਦੋ ਕਾਰ ਨੇ, ਦੋ ਹੁਕਮ ਨੇ। ਇੱਕ ਸਾਡੀ ਆਪਣੀ ਇੱਛਾ ਹੈ, ਇੱਕ ਸੱਚਖੰਡ ਦੀ ਇੱਛਾ ਹੈ। ਦੋਨੇ ਚੱਲਦੇ ਆ, ਪਰ ਪੂਰਾ ਪਰਮੇਸ਼ਰ ਦਾ ਹੁਕਮ ਹੀ ਹੁੰਦਾ ਹੈ। ਜਿੰਨਾ ਚਿਰ ਆਤਮਾ ਪਰਮੇਸ਼ਰ ਦੇ ਹੁਕਮ ਵਿੱਚ ਰਹਿੰਦੀ ਹੈ, ਸੰਜੋਗ ਹੈ। ਜਿੰਨਾ ਚਿਰ ਹੁਕਮ ਤੋਂ ਬਾਹਰ ਸੋਚ ਰੱਖਦੀ ਹੈ ਆਪਣੀ, ਉਨਾ ਚਿਰ ਵਿਜੋਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜਦੋਂ ਮਿਲਿਆ ਹੋਇਆ ਫਿਰ ਸਤਜੁਗ ਹੈ, ਜਿੰਨਾ ਚਿਰ ਨਹੀਂ ਮਿਲਿਆ ਉਨਾ ਚਿਰ ਕਲਯੁਗ ਹੈ। ਭਾਵ ਕਿ ਆਪਣੇ ਅੰਦਰ ਸਵੈਮ ਦੀ ਇੱਛਾ, ਕਲਪਨਾ ਚੱਲਦੀ ਰਹਿੰਦੀ ਹੈ। ਸੋ ਇਹ ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਇਹ ਚੱਲ ਰਹੇ ਨੇ। ਉਹ ਆਪਣਾ ਹੁਕਮ ਚਲਾ ਰਹੇ ਹੈ, ਅਸੀਂ ਆਪਣੀ ਸੋਚ ਅੱਗੇ ਰੱਖਦੇ ਹਾਂ, ਚੱਲਦੀ ਹੈ।
ਲੇਖੇ ਆਵਹਿ ਭਾਗ। ਹੁਣ ਲੇਖੇ ਆਵਹਿ ਭਾਗ, ਜਿਹੜਾ ਲੇਖ ਹੈ ਇਹਦੇ ਵਿਚਾਲੇ ਹੁਣ ਲੇਖਾ ਜੀਵ ਲਿਖਦਾ ਹੈ। ਕਿਹੜਾ ਲੇਖਾ ਲਿਖਦਾ ਹੈ? ਸੰਜੋਗ ਬਣਾਉਣ ਵਾਸਤੇ ਲਿਖਦਾ ਹੈ ਕਿ ਜਾਂ ਉਹ ਵਿਜੋਗ ਵਾਲਾ ਹੀ ਰੱਖੀ ਰੱਖਦਾ ਹੈ? ਉਹ ਹੁਣ ਇਹਦਾ ਆਪਣਾ ਭਾਗ ਹੈ, ਇਹਦਾ ਆਪਣਾ ਹਿੱਸਾ, ਇਹਦੀ ਆਪਣੀ ਇੱਛਾ, ਇਹਦੀ ਆਪਣੀ ਸੋਚ ਹੈ ਕਿ ਇਹਨੇ ਆਪਣੀ ਸੋਚ ਨੂੰ ਵਧਾਉਣਾ ਹੈ, ਭਾਗ ਨੂੰ, ਹਿੱਸੇ ਨੂੰ ਵਧਾਉਣਾ ਹੈ ਕਿ ਜਾਂ ਘਟਾਉਣਾ ਹੈ। ਲੇਖਾ ਜੀਵ ਲਿਖਦਾ ਹੈ, ਉਸ ਦਾ ਭਾਗ ਵੀ ਉਸਦੇ ਆਪਣੇ ਲੇਖੇ ਤੇ ਨਿਰਭਰ ਕਰਦਾ ਹੈ। ਸੋ ਇਹ ਗੱਲ ਬਹੁਤ ਬਰੀਕ ਹੈ, ਸਮਝ ਲਈ ਘੱਟ ਤੇ ਬੁੱਝਣ ਦਾ ਵਿਸ਼ਾ ਜ਼ਿਆਦਾ ਹੈ, ਕਿਉਂਕਿ ਹੁਣ ਤੱਕ ਤੇ ਇਹੀ ਪ੍ਰਚਲਿਤ ਹੈ ਵੀ ਲੇਖਾ ਪਰਮੇਸ਼ਰ ਲਿਖਦਾ ਹੈ, ਤੇ ਗੁਰਬਾਣੀ ਨੇ ਨਹੀਂ ਮੰਨਿਆ। ਗੁਰਬਾਣੀ ਕਹਿੰਦੀ ਹੈ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ। ਵੀ ਤੂੰ ਕਾਲਾ ਲੇਖ ਕਿਉਂ ਲਿਖਦਾ ਫਿਰ ਜੇ ਤੂੰ ਬਹੁਤ ਸਿਆਣਾ ਕੌਣ ਹੈ? ਇਹ ਹੁਣ ਗੱਲ ਪਰਮੇਸ਼ਰ ਨੂੰ ਤਾਂ ਨਹੀਂ ਆਖੀ, ਇਹ ਜੀਵ ਵਾਸਤੇ ਆਖੀ ਹੈ। ਸੋ ਇਹ ਗੱਲ ਬੜੀ ਬਰੀਕ ਹੈ, ਬੜੀ ਔਖੀ ਸਮਝ ਚ ਆਉਂਦੀ ਹੈ, ਪਰ ਜਿਹਦੇ ਸਮਝ ਚ ਆ ਜਾਂਦੀ ਹੈ ਉੱਤੇ ਕਿਰਪਾ ਹੈ। ਪਰਮੇਸ਼ਰ ਜੀ ਐਸਾ ਕੋਈ ਲੇਖਾ ਨਹੀਂ ਲਿਖਦੇ, ਅਸੀਂ ਖੁਦ ਲੇਖਾ ਲਿਖਦੇ ਹਾਂ। ਜੇ ਲੇਖਾ ਲਿਖਿਆ ਹਿਰਦੇ ਵਿੱਚ ਨਾਮ ਬਾਰੇ, ਜਿਵੇਂ ਕਬੀਰ ਸਾਹਿਬ ਕਹਿੰਦੇ ਹੈ, ਸ੍ਰੀ ਗੋਪਾਲ ਮੇਰੀ ਫੱਟੀਆਂ ਲਿਖ ਦਿਓ ਸ੍ਰੀ ਗੋਪਾਲ, ਕਿ ਮੇਰੇ ਹਿਰਦੇ ਦੇ ਸ੍ਰੀ ਗੋਪਾਲ ਦੀ ਗੱਲ ਲਿਖ ਜੇ ਲਿਖਣੀ, ਹਿਰਦੇ ਹੀ ਲਿਖ ਲੇ ਹੋ। ਕਹਿੰਦੇ ਹਿਰਦੇ 'ਚ ਕੁਛ ਲਿਖਣਾ ਹੈ। ਜੇ ਤਾਂ ਹਿਰਦੇ ਵਿੱਚ ਲਿਖ ਲਿਆ ਸੱਚ, ਫਿਰ ਤਾਂ ਵੱਡ ਭਾਗ ਹੈ, ਭਾਗ ਦਾ ਫਲਾਓ ਜ਼ਿਆਦਾ ਹੋ ਜਾਣਾ। ਤੇ ਜੇ ਲਿਖ ਲਿਆ ਝੂਠ, ਫਿਰ ਸੁੰਗੜ ਜਾਣਾ। ਜੇ ਮਾਇਆ ਵਾਲਾ ਲਿਖਦਾ ਲੇਖਾ, ਫਿਰ ਇਹ ਝੂਠਾ ਹੈ, ਤੇ ਜੇ ਹੁਕਮ ਵਾਲਾ ਲੇਖਾ ਲਿਖਦਾ ਫਿਰ ਇਹ ਸੱਚਾ ਹੈ। ਸੋ ਮਾਇਆ ਦੀਆਂ ਇੱਛਾਵਾਂ ਵੀ ਸਾਡੇ ਹਿਰਦੇ 'ਚ ਲਿਖ ਹੁੰਦੀਆਂ ਨੇ। ਜਿੰਨੀਆਂ ਕਲਪਨਾਵਾਂ ਅਸੀਂ ਸੋਚਦੇ ਹਾਂ ਦੇਖ ਕੇ ਸੰਸਾਰ ਨੂੰ, ਉਹ ਸਾਡੇ ਹਿਰਦੇ 'ਚ ਲਿਖ ਹੁੰਦੀਆਂ ਨੇ। ਤੇ ਜੇ ਅਸੀਂ ਹੁਕਮ ਨੂੰ ਵਰਤਦਾ ਦੇਖਦੇ ਹਾਂ ਤਾਂ ਹੁਕਮ ਸਾਡੇ ਹਿਰਦੇ 'ਚ ਲਿਖ ਹੁੰਦਾ ਹੈ। ਗੁਰਬਾਣੀ ਕਹਿੰਦੀ ਆਵਹਿ ਝੂਠੇ ਜਾਏ ਵੀ ਝੂਠੇ, ਝੂਠੇ ਮਰੇ ਅਭਾਗੇ। ਹੁਣ ਝੂਠੇ ਹੀ ਆਉਂਦਾ। ਦੇਖੋ ਆਵਹਿ ਝੂਠੇ, ਜੋ ਵੀ ਜੀ ਜੋਤ ਇੱਥੇ ਸੰਸਾਰ 'ਚ ਆਈ ਹੈ, ਸਰੀਰ ਧਾਰਿਆ, ਉਹਨੂੰ ਝੂਠ ਹੈ, ਕਿਉਂਕਿ ਉਹਦੇ ਕੋਲ ਸਰੀਰ ਹੈ, ਸਰੀਰ ਹੀ ਤਾਂ ਮਾਇਆ ਹੈ। ਮੌਕਾ ਹੈ ਮਨੁੱਖਾ ਤਨ ਦੇ ਅੰਦਰ ਆ ਕੇ, ਸੰਜੋਗ ਵਿਜੋਗ ਹੈ, ਸੰਜੋਗ ਕਰ ਲੈਣਾ, ਉਹ ਝੂਠ ਨੂੰ ਲਾਹ ਜਾਣਾ। ਜਿਹੜੇ ਤਾਂ ਝੂਠ ਨੂੰ ਲਾਹ ਜਾਂਦੇ ਆ ਉਹ ਤਾਂ ਹੈਗੇ ਵਡਭਾਗੇ। ਜਿਹੜੇ ਝੂਠ ਨੂੰ ਨਹੀਂ ਲਾਉਂਦੇ, ਨਾਲ ਦੀ ਨਾਲ ਹੀ ਝੂਠ ਉਵੇਂ ਹੀ ਲੈ ਜਾਂਦੇ ਆ, ਉਹਦੇ ਬਾਰੇ ਗੁਰਬਾਣੀ ਨੇ ਆਖਿਆ ਅਭਾਗੇ। ਅਭਾਗੇ ਹੁੰਦੇ ਆ ਮੰਦੇ ਭਾਗ, ਭਾਵ ਕੇ ਸੋਚ ਮਾਇਆ ਨਾਲ ਜੁੜੀ ਰਹਿਣੀ। ਮੰਦੇ ਭਾਗ ਨੇ ਫਿਰ ਜੋ ਜੀਵ ਸੰਸਾਰ ਵਿੱਚ ਝੂਠ ਲੈ ਕੇ ਆਉਂਦਾ, ਚਾਹੇ ਉਹ ਥੋੜੀ ਹੈ ਚਾਹੇ ਉਹ ਬਹੁਤੀ ਹੈ, ਉਹ ਝੂਠ ਤਾਂ ਝੂਠ ਹੀ ਹੈ। ਇਹ ਦਰਗਾਹੀ ਫਰਮਾਨ ਹੈ, ਕੋਈ ਰੱਦ ਨਹੀਂ ਕਰ ਸਕਦਾ। ਝੂਠ ਕਰਕੇ ਹੀ ਤਾਂ ਆਤਮਾ ਮਾਇਆ ਨਾਲ ਜੁੜਦੀ ਹੈ। ਜਿੱਥੇ ਸੱਚਾ ਹੈ ਉੱਥੇ ਝੂਠ ਨਹੀਂ ਹੁੰਦੀ। ਜਿਵੇਂ ਅਸੀਂ ਕਿਸੇ ਕੱਪੜੇ ਤੇ ਮਾੜਾ ਜਿਹਾ ਦਾਗ ਲੱਗ ਜਾਵੇ ਤਾਂ ਉਸ ਉਨੇ ਜਿਹੇ ਦਾਗ ਨੂੰ ਧੋਣ ਲਈ ਘੱਟ ਸਮਾਂ ਲੱਗਦਾ ਹੈ। ਜੇ ਜ਼ਿਆਦਾ ਮੈਲਾ ਹੋ ਜਾਵੇ ਫਿਰ ਸਮਾਂ ਵੀ ਵੱਧ ਲੱਗਦਾ ਹੈ। ਬਸ ਇਸੇ ਤਰ੍ਹਾਂ ਦੀ ਉਹ ਗੱਲ ਹੈ ਸਮਝਣ ਦੇ ਲਈ। ਜਿਵੇਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ, ਕਾਲਾ ਹੋਇਆ ਪਿਆ। ਬਾਕੀ ਸਾਰੀ ਗੱਲ ਭਾਈ ਪਤਾ ਲੱਗਦੀ ਹੈ ਬੁੱਝੇ ਤੋਂ। ਪਰਮੇਸ਼ਰ ਦੇ ਭਾਗ ਵਿੱਚ ਕੋਈ ਲੈਣ ਦੇਣ ਨਹੀਂ। ਜੇ ਹੁੰਦਾ ਫਿਰ ਗੱਲ ਖਤਮ ਸੀ। ਫਿਰ ਦੁਨੀਆ ਕਿਉਂ ਰਚਦਾ, ਫਿਰ ਆਤਮਾ ਕਿਉਂ ਆਈ ਸਰੀਰ ਵਿੱਚ। ਸੋ ਸਮਝਣ ਦਾ ਵਿਸ਼ਾ ਹੈ। ਫਿਰ ਇਹ ਬੁਝਾਰਤ ਵੀ ਨਾਲ ਦੀ ਨਾਲ ਹੀ ਹੁੰਦੀ ਹੈ ਤੇ ਬੁੱਝ ਵੀ ਨਾਲ ਦੀ ਨਾਲ ਹੁੰਦੀ ਹੈ। ਤਾਂ ਹੀ ਤਾਂ ਪਾਤਸ਼ਾਹੀਆਂ ਨੇ ਭਗਤ ਸਾਹਿਬਾਨਾਂ ਨੇ ਆਖਿਆ ਕਿ ਉਹ ਬੇਅੰਤ ਹੈ।
ਨਹੀਂ ਤਾਂ ਉਹ ਵੀ ਇੱਥੇ ਸ਼ਾਹੀ ਠਾਠ ਬਾਠ ਨਾਲ ਜ਼ਿੰਦਗੀ ਜਿਉਂਦੇ ਸੰਸਾਰੀ ਲੋਕਾਂ ਵਾਂਗੂ ਜਿਹੜੇ ਭਗਤ ਸਾਹਿਬਾਨ ਸਨ, ਪਰ ਇੰਜ ਨਹੀਂ ਕੀਤਾ ਉਹਨਾਂ, ਕਿਉਂਕਿ ਉਹਨਾਂ ਨੇ ਹੁਕਮ ਬੁੱਝਿਆ ਹੋਇਆ ਸੀ ਵੀ ਇਹ ਤਾਂ ਸਾਰੀ ਖੇਡ ਹੀ ਹੁਕਮ ਦੀ ਹੈ, ਹੁਕਮ ਤੋਂ ਬਾਹਰ ਤਾਂ ਕੁਝ ਹੁੰਦਾ ਨਹੀਂ। ਜੇ ਆਦਮੀ ਦੀ ਸੋਚ ਗੁਰਬਾਣੀ ਨਾਲ ਮੇਲ ਖਾਂਦੀ ਹੈ, ਭਾਵ ਕਿ ਜਿੰਨਾ ਚਿਰ ਸਾਡੇ ਕੋਲ ਸਮਾਂ ਹੈ, ਫਿਰ ਇਹ ਵਡਭਾਗੀ ਹੈ। ਜੇ ਗੁਰਬਾਣੀ ਤੋਂ ਉਲਟ ਸੋਚ ਹੈ, ਫਿਰ ਅਪਰਾਧੀ ਹੈ, ਫਿਰ ਜਨਮ ਮਰਨ ਹੈ। ਗੁਰਬਾਣੀ ਜਿਸ ਨੇ ਮੰਨੀ ਉਹਨਾਂ ਹਿਰਦੇ ਦੇ ਵਿੱਚ ਲਿਖੀ ਵੀ ਹੈ। ਇਸੇ ਕਰਕੇ ਗੁਰਬਾਣੀ 'ਚ ਲਿਖਿਆ, ਹਿਰਦੇ ਹੀ ਲਿਖ ਲਿਓ। ਉਹ ਵਡਭਾਗੀ ਹਨ। ਅਸੀਂ ਜੋ ਸੋਚਦੇ ਹਾਂ ਕਈ ਵਾਰ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਅਸਲ ਹੁਕਮ ਉਸੇ ਤਰ੍ਹਾਂ ਹੀ ਚਾਹੁੰਦਾ, ਪਰਮੇਸ਼ਰ ਵੀ ਉਵੇਂ ਚਾਹੁੰਦਾ ਹੁੰਦਾ, ਉਧਰੋਂ ਸਾਡੀ ਕੋਈ ਇੱਛਾ ਹੋ ਜਾਂਦੀ ਹੈ, ਉਹ ਹੋ ਜਾਂਦਾ ਹੈ। ਫਿਰ ਅਸੀਂ ਬਾਰ-ਬਾਰ ਉਹੀ ਚਾਹੁੰਦੇ ਆ ਵੀ ਐਂ ਹੀ ਹੋਵੇ, ਤੇ ਫਿਰ ਨਹੀਂ ਹੁੰਦਾ। ਕਿਉਂ? ਕਦੇ ਵੀ ਵਿਚਾਰਿਆ ਨਹੀਂ, ਸਮਝਿਆ ਨਹੀਂ ਕਿ ਹੁਣ ਸਾਡੀ ਉਹ ਇੱਛਾ ਪੂਰੀ ਕਿਉਂ ਨਹੀਂ ਹੁੰਦੀ। ਪਹਿਲਾਂ ਗੁਰਬਾਣੀ ਪੜ੍ਹ ਕੇ ਹੋਈ, ਹੁਣ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ, ਹੁਣ ਕਿਉਂ ਨਹੀਂ ਹੁੰਦੀ? ਉਹੀ ਰੱਬ ਹੈ, ਉਹੀ ਗੁਰਬਾਣੀ ਹੈ, ਪਰ ਅਸੀਂ ਕਦੇ ਸਮਝਦੇ ਨਹੀਂ। ਗੁਰਬਾਣੀ ਤੋਂ ਬਸ ਝਗੜਾ ਪਾ ਕੇ ਬੈਠ ਜਾਂਦੇ ਹਾਂ। ਇਸ ਨੇ ਇੰਜ ਕਿਉਂ ਕਹਿ ਦਿੱਤਾ, ਅਸੀਂ ਇੰਨਾ ਚਿਰ ਤੋਂ ਇੰਜ ਮੰਨਦੇ ਆਉਂਦੇ ਹਾਂ, ਫਿਰ ਅਸੀਂ ਗਲਤ ਹਾਂ। ਬਸ ਝਗੜਾ ਕਰਨਾ, ਉੱਚੀ ਬੋਲਣਾ ਫਿਰ ਸਾਡੀ ਆਦਤ ਹੈ। ਗੁਰਬਾਣੀ ਆਖਦੀ ਹੈ, ਰੋਸ ਨਾ ਕਾਹੂ ਸੰਗ ਕਰੋ, ਆਪਨ ਆਪ ਵਿਚਾਰ। ਪਹਿਲੀ ਸ਼ਰਤ ਗੁਰਬਾਣੀ ਨੇ ਲਿਖੀ ਵੀ ਕਿਸੇ ਦੇ ਨਾਲ ਕੋਈ ਰੋਸ ਨਾ ਕਰੋ, ਤੁਸੀਂ ਆਪਣੇ ਆਪ ਨੂੰ ਵਿਚਾਰੋ। ਦੂਜੀ ਗੱਲ ਗੁਰਬਾਣੀ ਆਖਦੀ ਹੈ, ਫਿਰ ਰੋਸ ਨਾ ਕੀਜੈ, ਉੱਤਰ ਦੀਜੈ। ਫਿਰ ਗੁੱਸਾ ਨਾ ਕਰੋ, ਜੇ ਕਿਸੇ ਨੇ ਸਵਾਲ ਕੀਤਾ ਉਹਦਾ ਜਵਾਬ ਦਿਓ। ਇਹਨਾਂ ਦੋਨਾਂ ਗੱਲਾਂ, ਇਹ ਦੋਏ ਗੱਲਾਂ ਮਨਾ ਤੇਰੇ ਕੋਲ ਨਹੀਂ। ਤਾਂ ਹੀ ਤਾਂ ਪੂਰਨ ਸੋਝੀ ਨਹੀਂ, ਅੱਖਰੀ ਗਿਆਨ ਲੈ ਕੇ ਝਗੜਾ ਕਰਦਾ ਫਿਰਦਾ, ਸ਼ਾਂਤੀ ਹੀ ਨਹੀਂ। ਮਨਾ ਜਿੰਨਾ ਤੂੰ ਭਾਣੇ ਤੋਂ ਉਲਟ ਸੋਚਦਾ, ਉਨਾ ਹੀ ਦਾਗ ਲੱਗੀ ਜਾ ਰਿਹਾ, ਤੇ ਮਨ ਕਾਲਾ ਹੋਈ ਜਾ ਰਿਹਾ ਹੈ, ਝੂਠ ਵੱਧਦੀ ਜਾ ਰਹੀ ਹੈ। ਸੋ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਇਹ ਤਾਂ ਮਲ ਲੱਗੀ ਜਾਂਦੀ ਹੈ। ਕਾਲਾ ਹੋਆ ਸਿਆਹੋ, ਕਾਲਾ ਹੋਈ ਜਾ ਰਿਹਾ। ਸੋ ਗੁਰਬਾਣੀ ਕਰਮ ਨੂੰ ਨਹੀਂ ਮੰਨਦੀ, ਪਰ ਸਾਡੇ ਪ੍ਰਚਾਰ ਕਰਮਾਂ ਬਾਰੇ ਬਹੁਤ ਜ਼ਿਆਦਾ ਹੈ। ਕੁਝ ਵਚਨ ਵੀ ਗੁਰਬਾਣੀ ਦੇ ਲਏ ਜਾਂਦੇ ਆ, ਜਦ ਕਿ ਕਰਮ ਹੈ ਜਿਹੜਾ ਉਹ ਸਰੀਰ ਨਾਲ ਹੁੰਦਾ ਹੈ। ਕਿਉਂਕਿ ਜਦੋਂ ਪਹਿਲਾ ਸਰੀਰ ਆਤਮਾ ਨੇ ਧਾਰਿਆ, ਉਦੋਂ ਦੇ ਕੋਲ ਸਰੀਰ ਹੀ ਨਹੀਂ ਸੀ। ਫਿਰ ਉਹ ਕਿਹੜਾ ਕਰਮ ਕਰ ਲਿਆ ਇਹਨੇ, ਇਹਨੂੰ ਸਰੀਰ 'ਚ ਆਉਣਾ ਪੈ ਗਿਆ। ਗੁਰਬਾਣੀ ਬਹੁਤ ਡੂੰਘੀ ਗੱਲ ਕਰਦੀ ਹੈ ਵੀ ਜਦੋਂ ਇਸ ਆਤਮਾ ਨੇ ਪਹਿਲਾ ਸਰੀਰ ਧਾਰਿਆ, ਉਦੋਂ ਇਹਦੇ ਕੋਲ ਕੀ ਸੀ, ਕਿਵੇਂ ਧਾਰ ਲਿਆ? ਇਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਗੁਰਬਾਣੀ ਤੋਂ ਬਿਨਾਂ। ਗੁਰਬਾਣੀ ਨੇ ਜਵਾਬ ਦਿੱਤਾ ਵੀ ਇਹਨੇ ਪਹਿਲਾ ਸਰੀਰ ਕਿਉਂ ਧਾਰਿਆ, ਕਿਉਂ ਜੂਨੀ ਚਾਹੀਏ, ਅਜੂਨੀ ਤੋਂ ਜੂਨੀ 'ਚ ਕਿਵੇਂ ਆ ਗਿਆ, ਹੁਣ ਜੂਨੀ ਤੋਂ ਅਜੂਨੀ 'ਚ ਕਿਵੇਂ ਜਾਊਗਾ? ਇਹ ਸਿਰਫ ਗੁਰਬਾਣੀ 'ਚ ਜਵਾਬ ਹੈ ਇਹਦਾ। ਪਰ ਉਹ ਖੋਜਣਾ ਪੈਂਦਾ, ਉਹ ਬੁੱਝਣਾ ਪੈਂਦਾ, ਉਹਨੂੰ ਸਮਝਣਾ ਪੈਂਦਾ। ਉਹਦੇ ਲਈ ਤਾਂ ਜੀਵਨ ਲੇਖੇ ਲਾਉਣਾ ਪੈਂਦਾ ਹੈ। ਫਿਰ ਉਹ ਗੱਲ ਸਮਝ 'ਚ ਆ ਜਾਂਦੀ ਹੈ। ਜਿਹਦੇ ਸਮਝ 'ਚ ਆ ਜਾਂਦੀ ਹੈ, ਉਹ ਜੂਨੀ ਤੋਂ ਅਜੂਨੀ ਹੋ ਜਾਂਦਾ ਹੈ। ਨਹੀਂ ਤਾਂ ਫਿਰ ਕਰਮਾਂ ਨੂੰ ਮੰਨਦਾ। ਜਿੰਨਾ ਚਿਰ ਇਹ ਕਰਮਾਂ ਨੂੰ ਮੰਨਦਾ, ਉਨਾ ਚਿਰ ਗੁਰਬਾਣੀ ਕਹਿੰਦੀ ਹੈ, ਜੇ ਜਾਣੇ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਦਾ। ਇਹਦਾ ਖਹਿੜਾ ਨਹੀਂ ਛੁੱਟ ਸਕਦਾ। ਸੋ ਕਰਮ ਤਾਂ ਸਰੀਰ ਨਾਲ ਹੁੰਦਾ ਹੈ, ਤੇ ਗੁਰਬਾਣੀ ਭਾਣਾ ਮੰਨਣ ਨੂੰ ਕਹਿੰਦੀ ਹੈ। ਕਰਮਾਂ ਦਾ ਫਲ ਗੁਰਬਾਣੀ ਨਹੀਂ ਮੰਨਦੀ, ਭਾਗਾਂ ਦਾ ਫਲ ਮੰਨਦੀ ਹੈ। ਪਰ ਸਾਡੇ ਤਾਂ ਪ੍ਰਚਾਰ ਹੀ ਹੈ ਵੀ ਕਰਮਾਂ ਦਾ ਫਲ ਹੁੰਦਾ ਹੈ। ਸਗੋਂ ਗੁਰਬਾਣੀ ਤਾਂ ਆਖਦੀ ਹੈ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਗੁਰਬਾਣੀ ਕੁਛ ਹੋਰ ਕਹਿ ਰਹੀ ਹੈ, ਪ੍ਰਚਾਰ ਕੁਛ ਹੋਰ ਹੋ ਰਿਹਾ। ਗੁਰਬਾਣੀ ਕਹਿੰਦੀ ਹੈ ਜਿਹੜੀ ਕਰਮ ਹੈ, ਇਹਨੇ ਤਾਂ ਤੈਨੂੰ ਵਿਛੋੜਿਆ। ਕਿਰਤ ਕਰਮ, ਕਿਰਤ ਕਰਮ ਨੇ ਸਾਨੂੰ ਵਿਛੋੜਤਾ।
ਸਾਡੇ ਕਹਿੰਦੇ ਆ ਕਿਰਤ ਕਰੋ, ਕਰਮ ਕਰੋ, ਚੰਗੇ ਕਰਮ ਕਰੋ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਣ ਇੱਥੇ ਵੀ ਕਰਮਾ ਹੈ। ਦੋਸ਼ ਕਰਮਾ ਆਪਣੇ, ਆਪਣਾ ਕਰਮ ਹੈ। ਹੁਣ ਇੱਥੇ ਕਰਮ ਕਿਹੜਾ? ਇਹ ਉਹ ਕਰਮ ਹੈ ਜਿਹੜਾ ਪਹਿਲੀ ਵਾਰੀ ਅਸੀਂ ਸੱਚਖੰਡ ਵਿੱਚ ਕੀਤਾ। ਉਹ ਹੈ ਸਾਡੀ ਸੋਚ, ਆਤਮਾ ਦੀ ਸਵੈ ਇੱਛਾ, ਕਿ ਆਤਮਾ ਨੇ ਕੀ ਚਾਹਿਆ। ਇਹਨੇ ਨਿਰਾਕਾਰ ਤੋਂ ਆਕਾਰ ਚ ਆਉਣਾ ਚਾਹਿਆ, ਇਹਦੀ ਇੱਛਾ ਬਣ ਗਈ। ਕਿਉਂਕਿ ਹਰ ਇੱਕ ਆਤਮਾ ਆਪਣੇ ਆਪ ਦੇ ਵਿੱਚ ਹੈ। ਸੌ ਬੰਦਾ ਬੈਠਾ ਇਕੱਠਾ, ਉਹਦੇ ਚ ਇੱਕ ਬੰਦਾ ਉੱਠ ਕੇ ਬਾਹਰ ਜਾਣਾ ਚਾਹੁੰਦਾ, ਉਹ ਕਹਿੰਦਾ ਮੈਂ ਨਹੀਂ ਰਹਿਣਾ। 100 ਦੇ ਵਿੱਚੋਂ 99 ਬੰਦੇ ਰੌਲਾ ਪਾਉਂਦੇ ਵੀ ਤੂੰ ਬਹਿ ਜਾ, ਕਹਿੰਦਾ ਵੀ ਨਹੀਂ ਬਹਿਣਾ, ਬਸ ਮੇਰਾ ਨਹੀਂ ਮਨ। ਉਹ ਕਹਿੰਦੇ ਜਾ। ਇਸੇ ਤਰ੍ਹਾਂ ਹੀ ਆਤਮਾ ਜਦੋਂ ਸੁੰਨ ਤੋਂ ਸਹਿਜ ਚ ਆਉਂਦੀ ਆ, ਉਦੋਂ ਹੀ ਇਹਦੇ ਅੰਦਰ ਇੱਛਾ ਪੈਦਾ ਹੋਈ ਹੈ, ਉਦੋਂ ਹੀ ਬਾਹਰ ਆ ਗਈ। ਪ੍ਰਾਤਮਾ ਦੇ ਵਿੱਚੋਂ ਆਤਮਾ ਪੈਦਾ ਹੋਈ, ਇੱਛਾ ਪੈਦਾ ਹੋ ਗਈ, ਧਿਆਨ ਪੈਦਾ ਹੋ ਗਿਆ, ਹੁਕਮ ਪੈਦਾ ਹੋ ਗਿਆ, ਇਹ ਬਾਹਰ ਆ ਗਿਆ। ਉਹ ਅੰਦਰਲੇ ਨੂੰ ਰੌਲਾ ਪਾਉਂਦੇ ਆ ਵੀ ਤੂੰ ਵਾਪਸ ਆ ਜਾ, ਕੁਛ ਨਹੀਂ ਵਿਗੜਿਆ। ਪਰ ਇਹਦਾ ਇੱਥੇ ਜੀ ਲੱਗਿਆ ਹੋਇਆ, ਜਾਣ ਨੂੰ ਜੀ ਨਹੀਂ ਕਰਦਾ, ਪਰ ਅੰਦਰੋਂ ਦੁਖੀ ਹੈ। ਜਿੰਨਾ ਚਿਰ ਮਾਇਆ ਮਿਲਦੀ ਹੈ ਥੋੜਾ ਬਹੁਤਾ ਸੁੱਖ ਮਹਿਸੂਸ ਕਰਦਾ ਹੈ, ਅਲਪ। ਪਰ ਜਦੋਂ ਮਾਇਆ ਨਹੀਂ ਮਿਲਦੀ ਫਿਰ ਰੋਂਦਾ, ਫਿਰ ਤੜਫਦਾ, ਫਿਰ ਉਹ ਪਿੱਛੇ ਨੂੰ ਚੇਤੇ ਕਰਦਾ ਵੀ ਮੈਂ ਕੌਣ ਸੀ, ਕਿੱਥੋਂ ਆ ਗਿਆ, ਕੀ ਹੋਇਆ, ਪਰ ਉਹਦੀ ਸਮਝ ਨਹੀਂ ਆਉਂਦੀ। ਸੋ ਗੁਰਬਾਣੀ ਤਾਂ ਹੈ ਮੇਰੇ ਮਨ ਆਖਦੀ ਹੈ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਸੋ ਭਾਗ ਕੀ ਹੈ? ਉਹ ਹਿੱਸਾ ਸਾਡੀ ਸੋਚ ਦਾ ਜੋ ਹੋਇਆ ਹੀ ਨਹੀਂ। ਭਾਵ ਉਹ ਭਾਗ ਜੋ ਪ੍ਰੈਕਟੀਕਲ ਰੂਪ ਧਾਰਨ ਨਹੀਂ ਕਰ ਸਕਿਆ। ਉਹ ਭਾਗ ਲਿਖਿਆ ਜਾਂਦਾ ਹੈ ਸੋਚ ਨਾਲ। ਗੱਲ ਵੈਸੇ ਬਹੁਤ ਬਰੀਕ ਹੈ। ਜਿਵੇਂ ਅਸੀਂ ਕੋਈ ਮਨ 'ਚ ਗੱਲ ਸੋਚ ਲਈ, ਉਹ ਹੋਈ ਤਾਂ ਹੈ ਨਹੀਂ, ਪਰ ਉਹ ਲਿਖੀ ਤਾਂ ਗਈ ਨਾ। ਜਿਵੇਂ ਸਾਡੇ ਤਾਂ ਇਹ ਗੱਲ ਕਹਿੰਦੇ ਆ ਨਾ ਵੀ ਮਨ 'ਚ ਸੋਚਣਾ ਪਾਪ ਨਹੀਂ ਹੈ, ਪਰ ਗੁਰਬਾਣੀ ਤਾਂ ਮੰਨਦੀ ਹੈ। ਗੁਰਬਾਣੀ ਤਾਂ ਕਹਿੰਦੀ ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਆਕੇ ਕੀਚਾ ਅਰਦਾਸ। ਜੇ ਬੋਲੇ ਤੋਂ ਕੋਈ ਜਾਣਦਾ ਤਾਂ ਉਹ ਬਿਨਾਂ ਬੋਲਿਆ ਵੀ ਜਾਣਦਾ, ਉਹਨੂੰ ਪਤਾ ਤਾਂ ਸੋਚਿਆ ਕੀ ਹੈ। ਉਹ ਤੋਂ ਉਲਟ ਸੋਚਿਆ, ਉਹੀ ਤਾਂ ਅਪਰਾਧ ਹੈ। ਬੋਲੇ ਤੇ ਤਾਂ ਸਮਾਜ ਨੂੰ ਪਤਾ ਲੱਗਣਾ ਵੀ ਇਹ ਕੀ ਬੋਲ ਪਿਆ, ਪਰ ਅੰਦਰ ਜਿਹੜੀ ਬਿਰਤੀ ਚੱਲਦੀ ਹੈ, ਅੰਦਰ ਤਾਂ ਉਹ ਬੈਠਾ ਹੀ ਹੈ, ਉਹਦੀ ਹਜ਼ੂਰੀ 'ਚ ਹੀ ਸੋਚਦਾ ਇਹ। ਜਦੋਂ ਅਸੀਂ ਕੋਈ ਸੋਚਾਂਗੇ ਤਾਂ ਅਸੀਂ ਸਮਝ ਨਹੀਂ ਸਕਦੇ ਕਿਸੇ ਚੀਜ਼ ਨੂੰ। ਜਦੋਂ ਅਸੀਂ ਸੋਚਣ ਲੱਗ ਗਏ, ਬੱਚਾ ਸਕੂਲ 'ਚ ਪੜ੍ਹਦਾ, ਉਹ ਸੋਚਣ ਲੱਗ ਜਾਵੇ, ਟੀਚਰ ਪੜ੍ਹਾਉਂਦਾ ਹੋਵੇ, ਉਹਨੂੰ ਪਤਾ ਨਹੀਂ ਲੱਗਣਾ ਵੀ ਟੀਚਰ ਨੇ ਕੀ ਪੜ੍ਹਾਇਆ, ਕਿਉਂਕਿ ਉਹ ਖੁਦ ਸੋਚਦਾ। ਜਦੋਂ ਸਾਡੇ ਕੋਲ ਸੋਚ ਹੈ ਤਾਂ ਅਸੀਂ ਖੁਦ ਮਾਲਕ ਹਾਂ। ਜਦੋਂ ਸਾਡੇ ਕੋਲ ਸਮਝ ਆ, ਅਸੀਂ ਆਪਣੀ ਸੋਚ ਛੱਡੀ, ਉਦੋਂ ਅਸੀਂ ਸੇਵਕ। ਤਾਂ ਹੀ ਤਾਂ ਲਿਖਿਆ ਗੁਰਬਾਣੀ ਕਹੈ। ਹੁਣ ਗੁਰਬਾਣੀ ਤਾਂ ਬੋਲਦੀ ਹੈ, ਸੇਵਕ ਜਨ ਮੰਨ। ਅਸੀਂ ਸੇਵਕ ਬਣ ਕੇ ਮੰਨਣਾ। ਸਾਨੂੰ ਸੇਵਕ ਬਣਨਾ ਪਵੇਗਾ, ਪਰ ਇਹ ਸੇਵਕ ਤਾਂ ਬਣਦੇ ਨਹੀਂ। ਬਹੁਤ ਬਰੀਕ ਗੱਲ ਹੈ, ਐਡੀ ਕੋਈ ਛੇਤੀ ਪਕੜ 'ਚ ਨਹੀਂ ਆਉਣੀ ਗੱਲ ਹੈ। ਕਿਉਂਕਿ ਅਸੀਂ ਸੁਣਿਆ ਬਹੁਤ ਕੁਛ ਐਸਾ ਹੋਇਆ, ਉਹਨੂੰ ਵੀ ਨਹੀਂ ਛੱਡਦੇ। ਕਿਉਂਕਿ ਮਾਇਆ ਦੇ ਵਿੱਚ ਵੀ ਬੜਾ ਪਸਾਰਾ ਇਸ ਤਰ੍ਹਾਂ ਦਾ ਵਰਤਿਆ ਹੈ ਜਿਹੜਾ ਕਿ ਸਾਨੂੰ ਸੱਚ ਲੱਗਦਾ। ਅੱਲਾ ਕਹਿੰਦਾ ਐਂ ਹੋਇਆ, ਯਾਰ ਉਹ ਹੋਇਆ ਵੀ ਹੁੰਦਾ, ਉਹਨੂੰ ਕਿਵੇਂ ਛੱਡੂ? ਭਗਤਾਂ ਨੇ ਜ਼ਰੂਰ ਆਖਤਾ ਵੀ ਇਹ ਨਹੀਂ ਸੱਚ, ਪਰ ਉਹ ਕਹਿੰਦੇ ਸੱਚ ਆ, ਸਾਡੇ ਸਾਹਮਣੇ ਤਾਂ ਹੈਗਾ। ਉਹ ਵੀ ਅਸੀਂ ਗੱਲ ਮੰਨਦੇ ਹਾਂ ਵੀ ਜੋ ਗੁਰਬਾਣੀ 'ਚ ਲਿਖਿਆ ਬਿਲਕੁਲ ਸੱਚ ਹੈ, ਨਾਲ ਕੁਛ ਨਹੀਂ ਜਾਣਾ, ਪਰ ਹੇ ਮੇਰੇ ਮਨ ਛੱਡ ਤੂੰ ਵੀ ਨਹੀਂ ਕੁਛ ਰਿਹਾ। ਗੁਰਬਾਣੀ ਸੱਚ ਆਖਦੀ, ਇਹ ਵੀ ਗੱਲ ਮੰਨਦਾ, ਪਰ ਘਰ ਉਲਟ ਵੀ ਰਿਹਾ। ਸੋ ਭਾਗ ਕੀ ਆ? ਉਹ ਹਿੱਸਾ ਸਾਡੀ ਸੋਚ ਦਾ ਜੋ ਹੋਇਆ ਹੀ ਨਹੀਂ। ਅਸੀਂ ਸੋਚ ਲਿਆ ਪਰ ਹੋਇਆ ਨਹੀਂ। ਜਿਵੇਂ ਦੁਨੀਆ 'ਚ ਗਲਤ ਬੋਲਣਾ ਅਪਰਾਧ ਹੈ। ਜੇ ਅਸੀਂ ਕਿਸੇ ਨੂੰ ਤੇ ਗਾਲ ਕੱਢੀਏ, ਲੋਕ ਅਪਰਾਧ ਮੰਨਦੇ, ਇਹਨੇ ਗਲਤ ਕੀਤਾ।
ਇਸੇ ਤਰ੍ਹਾਂ ਹੀ ਨਿਰਾਕਾਰੀ ਦੁਨੀਆ ਦੇ ਵਿੱਚ ਹੇ ਮੇਰੇ ਮਨਾ ਤੇਰਾ ਸੋਚਣਾ ਅਪਰਾਧ ਹੈ। ਸਾਹ ਸਾਹ ਸਿਮਰੋ ਗੋਬਿੰਦ, ਤਾਂ ਹੀ ਗੁਰਬਾਣੀ 'ਚ ਲਿਖਿਆ ਸੀ ਕਿ ਜਿੰਨਾ ਚਿਰ ਸਵਾਸ ਆਉਂਦਾ ਗੋ ਬੁੱਧੀ ਨੂੰ ਆਖਿਆ ਸੀ ਆਪਣੇ ਬਿੰਦ ਨਾਲ ਜੁੜ ਕੇ ਰਹੀਂ, ਆਪਣੇ ਮੂਲ ਨਾਲ ਜੁੜੀ ਰਹੀਂ। ਜੇ ਤੂੰ ਉਹਦੇ ਨਾਲ ਜੁੜੀ ਰਹੇਂਗੀ ਤਾਂ ਤੇਰੀ ਸੋਚ ਖਤਮ ਰਹੂਗੀ, ਸਮਝਦੀ ਰਹੇਂਗੀ। ਜਿੱਦਣ ਤੂੰ ਉਹ ਤੋਂ ਮਾੜੀ ਜਿਹੀ ਟੁੱਟ ਗਈ ਤੈਂ ਸਮਝ ਨਾਲ ਛੱਡ ਦੇਣਾ, ਸੋਚਣਾ ਸ਼ੁਰੂ ਕਰ ਦੇਣਾ। ਸੋਚੇਗਾ ਖੁਦ ਮੁਖਤਿਆਰ ਹੋਵੇਂਗਾ, ਸਮਝੇਗਾ ਉਹਦੇ ਅੱਗੇ ਝੁਕਿਆ ਰਹੇਗਾ। ਸੋ ਨਿਰਾਕਾਰੀ ਦੁਨੀਆ ਦੇ ਵਿੱਚ ਸੋਚਣਾ ਹੈ ਮੇਰੇ ਮਨਾ ਅਪਰਾਧ ਹੈ। ਬਸ ਗੁਰਬਾਣੀ ਦੀ ਸੋਚ ਨਾਲ ਚੱਲਣਾ, ਟੀਚਰ ਦੀ ਸੋਚ ਨਾਲ ਚੱਲਣਾ ਤਾਂ ਭਲਾ ਹੈ। ਗੁਰ ਕਹਿਆ ਸਾਕਾਰ ਕਮਾਵੋ ਤਾਂ ਭਲਾ ਹੈ। ਜੇ ਗੁਰ ਤੋਂ ਉਲਟ ਮਾੜੀ ਮੋਟੀ ਵੀ ਗੱਲ ਕਰਦਾ ਉਹ 'ਚ ਭਲਾ ਨਹੀਂ ਹੈ। ਸੋ ਹੈ ਮੇਰੇ ਮਨਾ ਅਸੀਂ ਵੀ ਅਗਿਆਨਤਾ ਦੇ ਵੱਸ ਪੈ ਕੇ ਅਰਥ ਦੇ ਅਨਰਥ ਕਰ ਦਿੰਦੇ ਹਾਂ, ਬਦਲ ਦਿੰਦੇ ਹਾਂ। ਜੋ ਅਸੀਂ ਮੰਗਦੇ ਹਾਂ ਉਹ ਤਾਂ ਬਿਨਾਂ ਬੋਲੇ ਹੀ ਜਾਣਦੇ, ਅਸੀਂ ਇਹ ਵੀ ਗੱਲ ਕਹਿ ਦਿੰਦੇ ਹਾਂ, ਫਿਰ ਮੰਗਦੇ ਵੀ ਹਾਂ। ਕਿਉਂਕਿ ਅਸੀਂ ਬੜੀਆਂ ਗੱਲਾਂ ਬਣਾਈਆਂ ਹੋਈਆਂ ਨੇ ਵੀ ਦੇਖੋ ਜੀ, ਜੇ ਰੱਬ ਤੋਂ ਨਾ ਮੰਗੀਏ, ਜਿਵੇਂ ਛੋਟਾ ਬੱਚਾ ਹੁੰਦਾ, ਜੇ ਉਹ ਦੁੱਧ ਨਾ ਮੰਗੇ ਤਾਂ ਮਾਂ ਦੁੱਧ ਨਹੀਂ ਦਿੰਦੀ, ਐਸੀ ਕੋਈ ਮਾਂ ਨਹੀਂ ਹੈ। ਇਹ ਗਲਤ ਧਾਰਨਾ ਬਣਾ ਕੇ ਸਾਡੇ ਅੱਗੇ ਸੰਸਾਰੀ ਧਾਰਮਿਕ ਲੋਕ ਪੇਸ਼ ਕਰਦੇ। ਮਾਂ ਨੂੰ ਤਾਂ ਫਿਕਰ ਰਹਿੰਦਾ ਇੱਕ ਇੱਕ ਮਿੰਟ ਲਈ, ਇੱਕ ਇੱਕ ਸਕਿੰਟ ਲਈ ਉਹਦਾ ਧਿਆਨ ਹੀ ਬੱਚੇ 'ਚ ਰਹਿੰਦਾ। ਜੇ 2-4 ਸਕਿੰਟ ਲਈ ਬੱਚਾ ਨਾ ਰੋਵੇ, ਨਾ ਉਹਨੂੰ ਭੁੱਖ ਲੱਗੇ ਹੁੰਦਾ, ਫਿਕਰ ਪੈ ਜਾਂਦਾ। ਉਹ ਆਪ ਜਾ ਕੇ ਪਿਲਾਉਂਦੀ ਹੈ। ਇਹ ਕੋਈ ਜ਼ਰੂਰੀ ਨਹੀਂ ਵੀ ਬੱਚਾ ਰੋਊਗਾ ਤਾਂ ਮਾਂ ਦਊਗੀ, ਮਾਂ ਨੂੰ ਤਾਂ ਆਪ ਹੀ ਫਿਕਰ। ਇਸੇ ਕਰਕੇ ਪਰਮੇਸ਼ਰ ਤਾਂ ਇਹਦੇ ਨਾਲੋਂ ਵੀ ਬਹੁਤ ਵੱਡੀ ਚੀਜ਼ ਹੈ। ਗੁਰਮਤ ਦੇ ਅੰਦਰ, ਪਰਮਾਰਥ ਦੇ ਅੰਦਰ ਮੰਗਣਾ ਅਪਰਾਧ ਹੈ। ਮੰਗੀ ਤਾਂ ਉਹ ਵਸਤੂ ਜਾਂਦੀ ਜਿਹੜੀ ਕੋਲ ਨਾ ਹੋਵੇ। ਮਾਇਆ ਤਾਂ ਸਾਰੀ ਇੱਥੇ ਪਈ ਹੈ। ਤੇ ਜਿਹੜੀ ਚੀਜ਼ ਮੰਗਣੀ ਸੀ ਉਹ ਤੋਂ ਸਾਨੂੰ ਇਹ ਚੀਜ਼ ਸਿਖਾਈ ਗਈ, ਉਹ ਤਾਂ ਤੁਹਾਡੇ ਕੋਲ ਹੀ ਹੈ। ਮੰਗਣਾ ਸੀ ਨਾਮ, ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ, ਇਹ ਮੰਗਣਾ ਸੀ। ਦੇਹ ਨਾਮ ਸੰਤੋਖੀਆ ਉਤਰਿਆ ਮਨ ਕੀ ਭੁੱਖ, ਇਹ ਮੰਗਣਾ ਸੀ। ਇਹ ਤਾਂ ਸਾਨੂੰ ਸਿਖਾਤਾ ਵੀ ਨਾਮ ਤੁਹਾਡੇ ਕੋਲ ਹੈਗਾ। ਜਿਹੜੀ ਚੀਜ਼ ਮੰਗਣੀ ਸੀ ਉਹ ਕਹਿੰਦਾ ਕੋਲ ਹੈ, ਜਿਹੜੀ ਚੀਜ਼ ਕੋਲ ਹੈ ਉਹਦੇ ਬਾਰੇ ਕਹਿੰਦੇ ਮੰਗੋ। ਉਲਟ ਕਰਦਾ ਪ੍ਰਚਾਰ। ਮਾਇਆ ਕੋਲ ਹੈ, ਸਾਹਮਣੇ ਹੈ, ਕਹਿੰਦੇ ਇਹ ਮੰਗੋ, ਇਹਦੀਆਂ ਬੇਨਤੀਆਂ ਕਰੋ, ਅਰਦਾਸਾਂ ਕਰੋ। ਤੇ ਜਿਹੜੀ ਚੀਜ਼ ਕੋਲ ਨਹੀਂ ਉਹਨੂੰ ਕਹਿੰਦੇ ਤੁਹਾਡੇ ਕੋਲ ਹੀ ਹੈ। ਤੇ ਗੁਰਬਾਣੀ ਤਾਂ ਵਾਰ-ਵਾਰ ਨਾਮ ਦੀ ਗੱਲ ਕਹਿੰਦੀ, ਉਹ ਤਾਂ ਕਹਿੰਦੀ ਹੈ ਨਾਮ ਦੇ। ਪਾਤਸ਼ਾਹੀਆਂ ਬਾ ਭਗਤ ਸਾਹਿਬਾਨ ਤਾਂ ਨਾਮ ਮੰਗਦੇ ਆ, ਗੁਰਬਾਣੀ ਉਹਨਾਂ ਨੇ ਲਿਖੀ। ਉਹ ਤਾਂ ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾਂ, ਵੀ ਜਿੰਨਾ ਚਿਰ ਨਾਮ ਮਿਲਦਾ ਮੈਂ ਉਨਾ ਚਿਰ ਜਿਉਣਾ। ਇਹਦਾ ਮਤਲਬ ਨਾਮ ਚੇਤਨ ਸ਼ਕਤੀ ਆ ਕੋਈ। ਜੇ ਉਹ ਜਿੰਨਾ ਚਿਰ ਮਿਲਦੀ ਆ ਉਨਾ ਚਿਰ ਹੀ ਜੀਵਨ ਹੈ। ਜੇ ਉਹ ਨਾ ਮਿਲੇ ਤਾਂ ਜੀਵਨ ਰੁਕਦਾ ਹੈ। ਸਾਹਿਬ ਮੇਰਾ ਨੀਤ ਨਵਾਂ, ਨਿਤ ਨਵੀਂ ਸੋਝੀ ਆਉਣ ਵਾਲਾ ਨਾਮ ਹੈ। ਜਿਹੜਾ ਗੁਰਬਾਣੀ ਹੈ ਸਾਡੇ ਕੋਲ, ਇਹ ਵੀ ਨਾਮ ਹੈ। ਇਹ ਸਾਡੇ ਕੋਲ ਉਸ ਨਾਮ ਦੀ ਵਿਆਖਿਆ ਹੈ, ਉਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਮਾਰਗ ਹੈ। ਉਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਆਪਣੀ ਸੋਚ ਨੂੰ ਬਦਲਣ ਦਾ ਢੰਗ ਹੈ। ਉਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਸਾਡਾ ਮਾਰਗਦਰਸ਼ਨ ਹੈ। ਭਾਂਡਾ ਧੋਏ ਵੈਸ ਧੂਪ ਦੇਵੋ, ਤੋ ਦੂਧੇ ਕੋ ਜਾਵੋ, ਦੂਧ ਕਰਮ ਫਨ ਸੁਰਤ ਸਮਾਇਣ, ਹੋਏ ਨਰਾਸ ਜਮਾਵੋ। ਜਪੋ ਤਾਂ ਇੱਕੋ ਨਾਮ ਆ, ਉਹ ਇੱਕ ਹੋ ਕੇ ਜਪਿਆ ਜਾਂਦਾ ਹੈ। ਗੁਰਬਾਣੀ ਇੱਕ ਹੋਣ ਵਾਸਤੇ ਸਾਨੂੰ ਦੱਸਦੀ ਹੈ। ਅਵਰ ਨਿਰਾਫਲ ਕਾਮਾ, ਫੇਰ ਪਤਾ ਲੱਗਦਾ ਜਾ ਕੇ। ਹੇ ਮੇਰੇ ਮਨਾ, ਗੁਰਬਾਣੀ ਵੇਖ ਤੈਨੂੰ ਵਾਰ-ਵਾਰ ਕੀ ਸਮਝਾਉਂਦੀ ਹੈ। ਸੋ ਅਸੀਂ ਤਾਂ ਅਗਿਆਨਤਾ ਦੇ ਬਸ ਪੈ ਕੇ ਅਰਥ ਵੀ ਬਦਲ ਦਿੰਦੇ ਤੇ ਫਿਰ ਉਹੀ ਪ੍ਰਚਾਰ ਚੱਲਦਾ। ਸੋ ਜੋ ਅਸੀਂ ਮੰਗਦੇ ਹਾਂ ਉਹ ਤਾਂ ਬਿਨਾਂ ਬੋਲਿਆਂ ਹੀ ਜਾਣਦਾ ਹੈ, ਉਹਨੂੰ ਦੱਸਣ ਦੀ ਤਾਂ ਕੋਈ ਲੋੜ ਨਹੀਂ। ਇਹ ਨਹੀਂ ਦੱਸਿਆ। ਜੋ ਅਸੀਂ ਉਲਟ ਸੋਚਦੇ ਹਾਂ ਉਹ ਵੀ ਉਹ ਜਾਣਦਾ ਹੀ ਹੈ।
ਜੇ ਉਹ ਸਾਡੇ ਚੰਗੇ ਕੀਤੇ ਨੂੰ ਜਾਣਦਾ ਤਾਂ ਸਾਡੇ ਮਾੜੇ ਕੀਤੇ ਨੂੰ ਵੀ ਜਾਣਦਾ ਹੈ। ਅਰਥ ਉਹ ਕਰੋ ਜਿਸ ਨਾਲ ਆਤਮਾ ਦਾ ਫਾਇਦਾ ਹੋਵੇ, ਨਾ ਕਿ ਨੁਕਸਾਨ ਹੋਵੇ। ਹੇ ਮੇਰੇ ਮਨਾ ਕੋਈ ਹੋਸ਼ ਕਰ। ਜਦੋਂ ਚੱਲਣਾ ਹੀ ਭਾਣੇ ਵਿੱਚ ਹੈ, ਫਿਰ ਸੋਚਣ ਦਾ ਕੀ ਫਾਇਦਾ। ਜਿਵੇਂ ਘੋੜੇ ਲਈ, ਜਿਵੇਂ ਘੋੜਾ ਹੁੰਦਾ ਹੈ ਰੱਥ ਨੂੰ ਜੋੜਿਆ ਹੋਇਆ, ਉਹ ਸੁਪਨੇ ਲਈ ਜਾਵੇ ਵੀ ਮੈਂ ਤਾਂ ਫਲਾਣੇ ਥਾਂ ਤੇ ਜਾਣਾ, ਮੈਂ ਫਲਾਣੇ ਥਾਂ ਤੇ ਜਾ ਕੇ ਆਹ ਖਾਵਾਂਗਾ, ਪਰ ਮਰਜ਼ੀ ਤਾਂ ਮਾਲਕ ਦੀ ਹੈ ਨਾ ਕਿ ਉਹਨੇ ਕਿੱਥੇ ਲੈ ਕੇ ਜਾਣਾ ਹੈ। ਜਿਵੇਂ ਕੋਈ ਪਸ਼ੂ ਪੰਛੀ ਸਾਡੇ ਵੱਸ ਵਿੱਚ ਹੈ, ਹੇ ਮੇਰੇ ਮਨਾ ਤੂੰ ਵੀ ਉਹਦੇ ਵੱਸ ਵਿੱਚ ਹੈ। ਪ੍ਰਭ ਡੋਰੀ ਹਾਥ ਤੁਮਾਰੇ ਹੈ, ਪਰ ਮਨਾ ਤੂੰ ਮੰਨਦਾ ਨਹੀਂ, ਇਸੇ ਕਰਕੇ ਦੁਖੀ ਆ। ਜਿਵੇਂ ਨੱਥ ਵਾਲੇ ਬਲਦ ਜਾਂ ਘੋੜੇ ਨਾਲ ਹੁੰਦੀ ਹੈ, ਜਦੋਂ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਨੂੰ ਜ਼ੋਰ ਮਾਰਦਾ ਹੈ, ਤਾਂ ਜਿਹੜਾ ਖਸਮ ਹੁੰਦਾ ਹੈ, ਮਾਲਕ ਹੁੰਦਾ, ਉਹ ਨੱਥ ਨੂੰ ਖਿੱਚਦਾ ਹੈ, ਤੇ ਨੱਥ ਖਿੱਚੀ ਜਾਂਦੀ ਹੈ, ਫਿਰ ਉਹਨੂੰ ਤਕਲੀਫ ਹੁੰਦੀ ਹੈ। ਉਸੇ ਤਰ੍ਹਾਂ ਹੀ ਹੇ ਮੇਰੇ ਮਨਾ ਤੇਰੇ ਨਾਲ ਵੀ ਹੁੰਦੀ ਹੈ। ਤੂੰ ਮਾਲਕ ਨੂੰ ਸਮਝ ਆਪਣੇ ਨੂੰ ਵੀ, ਮੇਰਾ ਮਾਲਕ ਕੌਣ ਹੈ। ਹੇ ਮੇਰੇ ਮਨਾ ਕੁਛ ਸੋਚੀ ਕਰ। ਸੋ ਗੁਰਬਾਣੀ ਅਨੁਸਾਰ ਆਪਣੀ ਸੋਚ ਚਲਾਉਣੀ ਚਾਹੀਦੀ ਹੈ, ਫੇਰ ਹੀ ਫਾਇਦਾ ਹੁੰਦਾ ਹੈ। ਇਹੀ ਸਾਡਾ ਸੰਜੋਗ ਹੈ। ਜੇ ਅਸੀਂ ਗੁਰਬਾਣੀ ਤੋਂ ਉਲਟ ਚੱਲਦੇ ਹਾਂ, ਫਿਰ ਵਿਜੋਗ ਹੈ, ਨਹੀਂ ਤਾਂ ਫਿਰ ਉਹ ਚਲੀ ਜਾਣਾ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਦੋਨੇ ਭਾਣੇ ਚੱਲਦੇ ਰਹਿਣੇ। ਜੇ ਤਾਂ ਹੁਕਮ ਵਿੱਚ ਰਹਿ ਗਿਆ ਫਿਰ ਤਾਂ ਸੰਜੋਗ ਹੈ, ਤੇ ਜੇ ਹੁਕਮ ਤੋਂ ਬਾਹਰ ਹੋ ਗਿਆ ਫਿਰ ਵਿਜੋਗ ਹੈ। ਲੇਖੇ ਆਵੇ ਭਾਗ। ਪਾਤਸ਼ਾਹ ਕਹਿੰਦੇ ਵੀ ਤੇਰਾ ਜਿਹੜਾ ਲੇਖਾ ਹੈ ਉਹਦੇ ਮੁਤਾਬਕ ਅਸੀਂ ਤਾਂ ਫੈਸਲਾ ਕਰਨਾ ਹੈ। ਬੱਚੇ ਨੇ ਜੋ ਪੇਪਰ 'ਚ ਲਿਖਤਾ, ਟੀਚਰ ਨੇ ਤਾਂ ਉਹਦੇ ਮੁਤਾਬਕ ਉਹਨੂੰ ਨੰਬਰ ਦੇਣੇ ਆ, ਭਾਵੇਂ ਉਹ ਸਾਰਾ ਸਾਲ ਸਹੀ ਪੜ੍ਹਦਾ ਰਿਹਾ, ਪਰ ਜੋ ਪੇਪਰ 'ਚ ਲਿਖਿਆ ਗਿਆ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦ ਤਰਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾ ਕੇ ਹਿਰਦੇ ਵਸੈ। ਇੱਥੋਂ ਤੱਕ ਅੱਜ ਦੀ ਵਿਚਾਰ ਸੀ ਜੋ ਗੁਰਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।